अस्सलामुअलैकुम, सत श्री अकाल ते नमस्कार दंगे मातरम साथियों ते जय आर्यवर्त। आर्यवर्त बनन दियां पूरियां तैयारियां हो गई आ ते दो गल्लां मैं अज सांझियां करनियां आ भी एक तां आर्यवर्त किवें बनूगा ते किवें बना रहे आ ते दूजा कायदे आजम मुहम्मद अली जिन्नाह दी सपारी किन्ने दित्ती सी ते क्यों दित्ती सी। ये आपां दो गल्लां करनियां आ अज ते जी आयां नूं ग्रैह साहब दी ग्रेट। होर सुनाओ ठीक ठाक ते भी ਇਹ ਹਿੰਦੂ ਤਵੀਆਂ ਨੇ ਕੀ ਕੀਤਾ ਆ ਇਹਨਾਂ ਦਾ ਤੁਸੀਂ ਸੁਣਿਆ ਹੋਣਾ ਆ ਵੀ ਇਹ ਕਹਿੰਦੇ ਆ ਵੀ ਅਸੀਂ ਇਜ਼ਰਾਈਲ ਮਾਡਲ ਬਣਾਉਣਾ ਆ। ਬੜੇ ਜ਼ਿਆਦਾ ਸ਼ਿਵ ਸੈਨਾ ਵਾਲੇ ਤੇ ਆ ਦੂਜੇ ਬੀਜੇਪੀ ਆਰਐਸਐਸ ਤੇ ਹੋਰ ਹਿੰਦੂ ਸੁਰੱਖਿਆ ਸੰਮਤੀ ਤੇ ਸਾਰੇ ਇਹ ਬਹੁਤ ਮਤਲਬ ਗਲੋਰੀਫਾਈ ਕਰਦੇ ਆ ਉਹਨੂੰ ਇਜ਼ਰਾਈਲ ਮਾਡਲ ਨੂੰ। ਤੇ ਇਜ਼ਰਾਈਲ ਮਾਡਲ ਮੋਦੀ ਸਾਹਿਬ ਨੇ ਪਹਿਲਾਂ ਤਾਂ ਬਣਾਇਆ ਉੱਥੇ ਗੁਜਰਾਤ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਆ ਵੀ ਗੋਧਰਾ ਕਾਂਡ ਹੋਇਆ ਕਿਉਂਕਿ ਜਦੋਂ ਵੀ ਥੋੜਾ ਜਿਹਾ ਰਾਸ਼ਟਰਵਾਦ ਦਾ ਭੂਤ ਆਮ ਲੋਕਾਂ ਦੇ ਸਿਰ ਤੋਂ ਉਤਰਨ ਲੱਗਦਾ ਆ ਨਾ ਤੇ ਇਹ ਫਿਰ ਇਹੋ ਜਿਹਾ ਕੋਈ ਕਾਂਡ ਕਰਦੇ ਆ ਵੀ ਜੇ ਫਿਰ ਲੋਕਾਂ ਨੂੰ ਇੱਕ ਵਾਰੀ ਆਇਆ ਪੂਰਾ ਲੈ ਜਾਓ ਸਿਰੇ ਤੱਕ ਵੀ ਹਾਂ ਲੋਕ ਕਮਲੇ ਹੋ ਜਾਣ ਰਾਸ਼ਟਰਵਾਦ ਦੀ ਹਨੇਰੀ ਦੇ ਵਿੱਚ, ਬਾਕੀ ਹੋਰ ਸਾਰੇ ਮੁੱਦੇ ਭੁੱਲ ਜਾਣ। ਸਿਰਫ ਤੇ ਸਿਰਫ ਉਹਨਾਂ ਨੂੰ ਇਹ ਹੋ ਜਾਵੇ ਵੀ ਸਾਡਾ ਕੋਈ ਦੁਸ਼ਮਣ ਆ ਉਹ ਸਾਨੂੰ ਮਾਰਨ ਪੈਂਦਾ ਪਿਆ ਆ ਤੇ ਬਾਕੀ ਸਾਰੀਆਂ ਗੱਲਾਂ ਪਿੱਛੇ ਆ। ਤੇ ਇਸ ਕੰਮ ਦੇ ਵਿੱਚ ਸਵਾਰਕਰ ਦਾ ਬੜਾ ਵੱਡਾ ਹੱਥ ਆ। ਸਵਾਰਕਰ ਨੇ ਜੋ ਕੁਝ ਲਿਖਿਆ ਆ ਨਾ ਉਹ ਇੰਨਾ ਜ਼ਿਆਦਾ ਮਤਲਬ ਦਿਲ ਕੰਬਾਊ ਆ ਤੇ ਦਿਲ ਹਿਲਾਊ ਆ, ਆਮ ਲੋਕਾਂ ਵਾਸਤੇ ਕੋਈ ਸੋਚ ਵੀ ਨਹੀਂ ਸਕਦਾ। ਤੇ ਕਸ਼ਮੀਰ ਦੇ ਵਿੱਚ ਆਲਰੇਡੀ ਇਹਨਾਂ ਨੇ ਬਣਾਇਆ ਇਹ ਇਜ਼ਰਾਈਲ ਮਾਡਲ। ਉਦੋਂ ਬਾਅਦ ਇਹ ਕੋਈ ਹੁਣ ਦਾ ਨਹੀਂ ਪੁਰਾਣਾ, ਇਹ ਹੁਣ ਦਾ ਨਹੀਂ ਚੱਲਦਾ ਪਿਆ, ਬੜਾ ਪੁਰਾਣਾ ਚੱਲਦਾ ਪਿਆ ਆ ਜਿਹੜਾ ਹੁਣ ਡੀਐਸਪੀ ਦਵਿੰਦਰ ਸਿੰਘ ਫੜਿਆ ਗਿਆ ਆ ਨਾ, ਇਹ 2001 ਦੇ ਵਿੱਚ ਜਦੋਂ ਸੰਸਦ ਤੇ ਅਟੈਕ ਹੋਇਆ ਤੇ ਅਫਜ਼ਲ ਗੁਰੂ ਨੂੰ ਉਹਦੇ ਵਿੱਚ ਇਨਵੋਲਵ ਕੀਤਾ, ਉਦੋਂ ਅਟਲ ਬਿਹਾਰੀ ਵਾਜਪੇਈ ਦੀ ਗਵਰਨਮੈਂਟ ਸੀ ਤੇ ਇਹਦੇ ਖਿਲਾਫ ਇੰਨੀਆਂ ਸ਼ਿਕਾਇਤਾਂ ਆਉਂਦੀਆਂ ਪਈਆਂ ਸੀ। ਇਹਨੂੰ ਉਦੋਂ ਕਿਉਂ ਨਹੀਂ ਇਨਵੈਸਟੀਗੇਟ ਕੀਤਾ। ਉਦੋਂ ਬਾਅਦ ਇਹ ਬੰਦੇ ਨੂੰ ਤਰੱਕੀਆਂ ਵੀ ਮਿਲੀਆਂ, ਇਹ ਬੰਦਾ ਕਿੱਡੇ ਉੱਚੇ ਅਹੁਦਿਆਂ ਤੇ ਰਿਹਾ, ਖਾਸ ਅਹੁਦਿਆਂ ਤੇ ਰਿਹਾ। ਉਹਦਾ ਰੀਜਨ ਕੀ ਸੀ? ਉਹਦਾ ਰੀਜਨ ਇਹੋ ਹੀ ਸੀ ਵੀ ਬੀਜੇਪੀ ਦੀ ਸ਼ੁਰੂ ਤੋਂ ਪਾਲਿਸੀ ਰਹੀ ਆ ਵੀ ਉਹ ਇਜ਼ਰਾਈਲ ਮਾਡਲ ਬਣਾਉਣਾ ਚਾਹੁੰਦੇ ਆ ਕਿਉਂਕਿ ਉਹਨਾਂ ਦਾ ਏਜੰਡਾ ਹੀ ਨਹੀਂ ਹੋਰ ਤਰੀਕੇ ਨਾਲ ਕਿਸੇ ਨਾਲ ਪੂਰਾ ਹੁੰਦਾ। ਤੇ ਉਸ ਤੋਂ ਬਾਅਦ ਸਵਾਰਕਰ ਦੀ ਉਹ ਇਹਦੇ ਪਿੱਛੇ ਕੀ ਆ, ਇਹਦੇ ਪਿੱਛੇ ਮੈਂ ਤੁਹਾਨੂੰ ਦੱਸਦਾ ਆ ਵੀ 1985-86 ਦੇ ਵਿੱਚ ਨਾ 에ਅਰ ਇੰਡੀਆ ਦਾ ਇੱਕ ਪਲੇਨ ਕ੍ਰੈਸ਼ ਹੋਇਆ ਸੀ ਜਿਹਦੇ 'ਚ ਇਹਨਾਂ ਨੇ ਮਤਲਬ ਬਲੇਮ ਕੀਤਾ ਸੀ ਜਿਹੜੇ ਸਿੱਖ ਐਕਸਟ੍ਰੀਮਿਸਟ ਸੀ ਉਹਨਾਂ ਨੂੰ ਕੀਤਾ ਸੀ। ਉਹਦੀ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ। ਕੈਨੇਡਾ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਹੁੰਦੀ ਸੀ, ਇਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ। ਉਹਦੇ ਵਿੱਚ ਬੜੀਆਂ ਘੁੰਡੀਆਂ ਸੀ। ਇੱਕ ਤਾਂ ਇਹ ਸੀ ਵੀ ਉਹ ਪਲੇਨ ਫਲਾਈਟ ਉੱਡਣ ਤੋਂ ਪਹਿਲਾਂ ਜਿਹੜੇ ਇੰਡੀਅਨ ਕੌਂਸਲੇਟ ਦੇ ਕਈ ਮੈਂਬਰ ਸੀ, ਫੈਮਲੀਆਂ ਸੀ, ਉਹ ਵਾਪਸ ਇੰਡੀਆ ਜਾ ਰਹੇ ਸੀ ਤੇ ਉਹਨਾਂ ਨੇ ਐਨ ਮੌਕੇ ਤੇ ਨਾ ਉਹਨਾਂ ਨੇ ਆਪਦੀਆਂ ਟਿਕਟਾਂ ਕੈਂਸਲ ਕਰਾ ਦਿੱਤੀਆਂ ਤੇ ਇਹਨਾਂ ਨੇ ਉਹ ਮਤਲਬ ਸਿੱਖ ਐਕਸਟ੍ਰੀਮਿਸਟ ਦੇ ਖਾਤੇ 'ਚ ਪਾਉਣ ਵਾਸਤੇ ਇਹਨਾਂ ਨੇ ਉਹ ਸਾਰਾ ਕਾਂਡ ਕੀਤਾ ਵੀ ਇਹ ਹੁਣ ਤੋਂ ਨਹੀਂ ਚੱਲਦਾ ਪਿਆ, ਇਹ 85-86 ਤੋਂ ਇਜ਼ਰਾਈਲ ਮਾਡਲ ਵਾਲਾ ਸਿਸਟਮ ਚੱਲਦਾ ਪਿਆ ਆ ਵੀ ਘੱਟ ਗਿਣਤੀਆਂ ਦੇ ਖਿਲਾਫ ਬਹੁ ਗਿਣਤੀ ਦਾ ਗੁੱਸਾ ਵਧਾਉਣ ਤੇ ਇਹੋ ਜਿਹੇ ਕਾਂਡ ਕਰੋ ਵੀ ਜਿਹਦੇ ਨਾਲ ਆਮ ਲੋਕੀ ਘੱਟ ਗਿਣਤੀਆਂ ਦੇ ਖਿਲਾਫ ਖੁੱਲ੍ਹ ਕੇ ਬੋਲਣ। ਜਿਵੇਂ ਹੁਣ ਸੀਏ ਦੇ ਹੱਕ ਦੇ ਵਿੱਚ ਬੀਜੇਪੀ ਪ੍ਰੋਟੈਸਟ ਕਰਾ ਰਹੀ ਆ, ਉਹ ਲੋਕਾਂ ਦੇ ਨਾਅਰੇ ਵੇਖੋ, ਉਹ ਲੋਕ ਨਾਅਰੇ ਲਾਉਂਦੇ ਪਏ ਆ ਵਾਮ ਪੰਥ ਕੀ ਕਬਰ ਖੁदेगी सावरकर की धरती पे, हाँ इनको देंगे हम आज़ादी, कश्मीर को दी हमने आज़ादी, अफजल गुरु को दी हमने आज़ादी ते यकूब को दी हमने आज़ादी, एवें करके नारे लाउंदे गोली से देंगे आज़ादी। हालांकि वो कोई बाहले लोग नहीं, 100-125 ਬੰਦਾ ਸੀ ਜਿਹੜੇ ਉਹ ਪ੍ਰੋਟੈਸਟ ਕਰਦੇ ਪਏ ਸੀ ਤੇ ਦੂਜੇ ਪਾਸੇ 25,000 ਲੋਕ ਉਹਦੇ ਖਿਲਾਫ ਪ੍ਰੋਟੈਸਟ ਕਰਦੇ ਪਏ ਸੀ। ਜਾਣੀ ਕਿ ਇਹ ਬੀਜੇਪੀ ਦੀ ਪੂਰੀ ਪਲੈਨਿੰਗ ਆ ਵੀ ਆਮ ਲੋਕਾਂ ਦੇ ਵਿੱਚ ਕਲੈਸ਼ ਵਧਾਇਆ ਜਾਵੇ। ਪਰ ਇਹ ਆ ਵੀ ਹੁਣ ਬੀਜੇਪੀ ਕੋਲ ਉਹ ਮੈਨ ਪਾਵਰ ਨਹੀਂ ਹੈਗੀ। ਵੋਟਾਂ ਦੇ ਵਿੱਚ ਤਾਂ ਜਿਹੜੀ ਬਦਲ ਗਈ ਪਤਾ ਨਹੀਂ ਕਿਵੇਂ ਬਦਲ ਗਈ,
ਪਰ ਹੁਣ ਉਹ ਮੈਨ ਪਾਵਰ ਲੱਭਦੀ ਨਹੀਂ ਪਈ। ਇਹ ਚਾਹੁੰਦੇ ਆ ਵੀ ਇਹ ਕਲੈਸ਼ ਹੋਵੇ। ਫਿਰ ਜਿਹੜੇ ਆ ਹੈਗੇ ਆ ਬੀਜੇਪੀ ਦੇ ਸਪੋਰਟਰ ਆ, ਕਈ ਮੈਨੂੰ ਆ ਕੇ ਗਾਲਾਂ ਕੱਢਦੇ ਆ। ਪਹਿਲਾਂ ਤਾਂ ਉਹ ਕੰਮ ਕਰਦੇ ਆ ਗਾਲਾਂ ਤੋਂ ਸਟਾਰਟ, 2 ਕਮੈਂਟ ਕਰਦੇ ਆ, ਗਾਲਾਂ ਕੱਢਦੇ ਆ, ਤੂੰ ਐਂ ਕਰਦਾ, ਤੂੰ ਐਂ ਕਰਦਾ, ਭੜਕਾਉਣਾ ਆ। ਉਦੋਂ ਦੂਜੇ ਕਮੈਂਟ ਤੇ ਬਾਅਦ ਫਿਰ ਉਹ ਆ ਕੇ ਆ ਜਾਂਦੇ ਆ ਵੀ ਨਹੀਂ ਭਾਜੀ ਐ ਆ, ਆਪਣਾ ਮੁਲਕ ਆ, ਐ ਆ। ਫਿਰ ਤੀਜੇ ਕਮੈਂਟ ਤੇ ਆ ਕੇ ਮੈਨੂੰ ਕਹਿੰਦੇ ਆ ਔਲਖ ਸਾਹਿਬ, ਹੈਂ ਵੀ ਜਾਣੀ ਕਿ ਇੰਨਾ ਜ਼ਿਆਦਾ ਵੀ ਚੇਂਜ ਆਉਂਦਾ ਜਾਂਦਾ ਆ ਬੋਲੀ ਦੇ ਵਿੱਚ। ਪਹਿਲਾਂ ਉਹ ਕਹਿੰਦੇ ਆ ਵੀ ਨਹੀਂ ਅਸੀਂ ਸਿੱਖ ਆ, ਬਾਅਦ ਦੇ ਵਿੱਚ ਇੱਕ ਵੀਰ ਹੈਗਾ ਸੀ, ਆਪਦਾ ਨਾਂ ਉਹਨੇ ਬਲਜਿੰਦਰ ਸਿੰਘ ਰੱਖਿਆ, ਮੁੜ ਕੇ ਬਾਅਦ ਦੇ ਵਿੱਚ ਸਨਾਤਨੀ ਹਿੰਦੂ ਨਿਕਲਿਆ ਤੇ ਆਪਦੇ ਆਪ ਨੂੰ ਅਸੈਪਟ ਵੀ ਕਰ ਲਿਆ। ਉਹਨੇ ਉਹ ਕਮੈਂਟ ਵੀ ਕੀਤਾ ਹੋਇਆ ਲਾਸਟ ਵੀਡੀਓ ਤੇ, ਤੁਸੀਂ ਵੇਖ ਸਕਦੇ ਆ। ਅਜੇ ਵੀ ਉੱਥੇ ਮੈਂ ਡਿਲੀਟ ਨਹੀਂ ਕੀਤਾ, ਮੈਂ ਗਲਤੀ ਕੀਤੀ, ਮੈਨੂੰ ਸਕਰੀਨਸ਼ਾਟ ਕਰਨਾ ਚਾਹੀਦਾ ਸੀ। ਤੇ ਅੱਛਾ, ਹੁਣ ਪਿੱਛੇ ਜੇ ਕਿਤਾਬ ਆਈ ਸੀ, ਉਹਨਾਂ ਦਾ ਨਾਂ ਹੈਗਾ ਸੀ ਵੈਭਵ ਪ੍ਰਾਂਦਰੇ ਦੀ ਕਿਤਾਬ ਆਈ ਸੀ। ਉਹਨੇ ਉਸ ਵਿੱਚ ਜ਼ਿਕਰ ਕੀਤਾ ਹੋਇਆ ਆ, ਉਹ ਹੈਗਾ ਆ, ਕਿਤਾਬ ਦਾ ਨਾਂ ਆ ਟਰੂ ਸਟੋਰੀ ਆਫ ਫਾਦਰ ਆਫ ਹਿੰਦੂਇਜ਼ਮ। ਤੇ ਸਵਾਰਕਰ ਦੇ ਬਾਰੇ ਉਹਨੇ ਲਿਖਿਆ, ਸਵਾਰਕਰ ਨੂੰ ਉਹਨੇ ਕਿਹਾ ਹੋਇਆ ਆ ਵੀ ਉਹ ਫਾਦਰ ਆ ਹਿੰਦੂਤਵ ਦਾ। ਤੇ ਉਹਦੇ ਵਿੱਚ ਉਹਨੇ ਇਹ ਜ਼ਿਕਰ ਕੀਤਾ ਹੋਇਆ ਆ ਵੀ ਜਿਹੜਾ ਇੱਕ ਯਸ਼ਪਾਲ ਜਿਹੜਾ ਸੀ ਨਾ, ਉਹ ਉਸ ਸਮੇਂ 1930 ਦੇ ਵਿੱਚ ਹਿੰਦੂ ਨੌਜਵਾਨ ਭਾਰਤ ਸਭਾ ਦਾ ਉਹ ਕੰਮ ਉਦੋਂ ਸਾਂਭਦਾ ਪਿਆ ਸੀ, ਜਿਹਦੇ ਵਿੱਚ ਭਗਤ ਸਿੰਘ ਹਰੀ ਸੀ, ਚੰਦਰ ਸ਼ੇਖਰ ਆਜ਼ਾਦ ਹਰੀ ਸੀ। ਇਹ 1930 ਦੀ ਗੱਲ ਆ। ਤੇ ਜਿਹੜਾ ਸਵਾਰਕਰ ਦਾ ਭਰਾ ਸੀ, ਉਹਦਾ ਨਾਂ ਹੈਗਾ ਸੀ ਬਾਵਾ ਰਾਓ। ਤੇ ਸਵਾਰਕਰ ਤੇ ਤਾਂ ਪਾਬੰਦੀ ਲੱਗੀ ਹੋਈ ਸੀ ਵੀ ਉਹ ਕਿਤੇ ਮਤਲਬ ਇੰਡੀਆ ਦੇ ਵਿੱਚ ਬਾਹਲੇ ਸ਼ਹਿਰਾਂ ਦੇ ਵਿੱਚ ਘੁੰਮ ਫਿਰ ਨਹੀਂ ਸੀ ਸਕਦਾ। ਤੇ ਜਿਹੜਾ ਬਾਵਾ ਰਾਓ ਸੀ, ਉਹਨੇ ਯਸ਼ਵੰਤ ਦੇ ਨਾਲ ਕੰਟੈਕਟ ਕੀਤਾ ਤੇ ਯਸ਼ਵੰਤ ਨੂੰ ਉਹਨੇ ਆਪਦੇ ਘਰ ਸੱਦਿਆ। ਉਦੋਂ ਬਾਅਦ ਯਸ਼ਵੰਤ ਨੂੰ ਉਹਨੇ ਇਹ ਗੱਲ ਕਹੀ ਵੀ ਜੇ ਤੂੰ ਵੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਤੂੰ ਕਤਲ ਕਰਦਾ ਆ ਨਾ, ਤੇ ਤੈਨੂੰ 50,000 ਰੁਪਈਆ ਮੈਂ ਦਊਂਗਾ। ਵੀ ਇਹ ਸਭ ਤੋਂ ਵੱਡਾ ਰੋੜਾ ਆ ਸਾਡੇ ਹਿੰਦੂ ਰਾਸ਼ਟਰ ਦੇ ਬਣਾਉਣ ਦੇ ਰਾਹ ਦੇ ਵਿੱਚ, ਵੀ ਕਾਇਦੇ ਆਜ਼ਮ ਦਾ ਕਤਲ ਤੂੰ ਕਰ ਦੇ। ਪਰ ਉਹਨੇ ਉਸ ਗੱਲ ਦੀ ਹਾਮੀ ਨਹੀਂ ਭਰੀ। ਉਹਨੇ ਉਹ ਬੰਦੇ ਨੇ ਇਹ ਲਿਖਿਆ ਵੀ ਮੈਂ ਜੇ ਇਹ ਕੰਮ ਕਰ ਦਿੰਦਾ ਤੇ ਉਦੋਂ ਹੀ ਇੰਨਾ ਜ਼ਿਆਦਾ ਫਸਾਦ ਹੋ ਜਾਣਾ ਸੀ ਮੁਲਕ ਦੇ ਵਿੱਚ। ਤੁਸੀਂ ਇਹ ਵੇਖੋ ਵੀ 1930 ਦੇ ਵਿੱਚ ਅਜੇ ਕੋਈ ਪਾਕਿਸਤਾਨ ਦੀ ਡਿਮਾਂਡ ਵੀ ਹੈ ਨਹੀਂ ਸੀ। ਤੇ ਸਵਾਰਕਰ ਹਰਾਂ ਦੀ ਆਈਡੀਓਲੋਜੀ ਇਹ ਸੀ ਵੀ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ 1930 ਦੇ ਵਿੱਚ ਸਪਾਰੀ ਦੇ ਕੇ ਕਤਲ ਕਰਾਉਣ ਦੇ ਚੱਕਰ ਦੇ ਵਿੱਚ ਸੀ। ਇੱਥੋਂ ਵੇਖ ਲਓ ਵੀ ਅਜੇ ਤੁਹਾਡੀ ਕੋਈ ਜੜ ਵੀ ਨਹੀਂ, ਤੁਸੀਂ ਕੋਈ ਚੀਜ਼ ਦੀ ਬੀਜੀ ਹੁੰਦੀ ਤੇ ਤੁਹਾਡੀ ਵੱਢਣ ਵਾਸਤੇ ਪਹਿਲਾਂ ਹੀ ਮਤਲਬ ਉਹ ਤਿਆਰੀ ਕਰ ਲੈਂਦਾ ਆ ਆਰੀਆਵਰਤ। ਇਹ ਜਿਹੜਾ ਸਵਾਰਕਰ ਸੀ, ਇਹ ਵੀ ਉਹ ਦੂਜਾ ਹੀ ਸੀ, ਚਿੱਤ ਪਾਵਨ ਬ੍ਰਾਹਮਣ ਸੀ ਨਾ। ਤੇ ਚਿੱਤ ਪਾਵਨ ਬ੍ਰਾਹਮਣ 100 ਸਾਲ ਅੱਗੇ ਦਾ ਸੋਚਦਾ ਆ। ਇਹ ਤੁਸੀਂ ਵੇਖ ਲਓ ਵੀ ਕਿਹੋ ਜੇ ਕਮਿਊਨਿਟੀ ਦੇ ਨਾਲ ਸਾਡੇ ਵਰਗੇ ਜਿਹੜੇ ਹਮੇਸ਼ਾ ਆਪਦੀਆਂ ਬਾਹਾਂ ਤੋਂ ਕੰਮ ਲੈਂਦੇ ਆ, ਵੀ ਵਾਹ ਉਹਨਾਂ ਨਾਲ ਪਿਆ ਹੋਇਆ ਆ, ਜਿਹੜੇ ਵਾਰੇ ਨਹੀਂ ਆਉਣ ਦਿੰਦੇ ਕਿਸੇ ਗੱਲ ਦੇ ਵਿੱਚ ਵੀ। ਇਹਨਾਂ ਨਾਲ ਕਿਤੇ ਡਿਬੇਟ ਹੋ ਜਾਵੇ ਨਾ, ਬੰਦੇ ਦੀ ਬੋਲਤੀ ਬੰਦ ਕਰ ਦਿੰਦੇ ਆ। ਤੇ ਪਾਕਿਸਤਾਨ ਦਾ ਕਨਸੈਪਟ 1942 ਦੇ ਵਿੱਚ ਆਇਆ ਤੇ ਇਹ 1930 ਦੇ ਵਿੱਚ ਹੀ ਤੁਸੀਂ ਵੇਖ ਲਓ ਵੀ ਇਹ ਪਲੈਨਿੰਗ ਸੀ ਵੀ ਮੁਹੰਮਦ ਅਲੀ ਜਿਨਾਹ ਨੂੰ ਕਤਲ ਕਰ ਦਿੱਤਾ ਜਾਵੇ। ਉਹ ਸਭ ਤੋਂ ਵੱਡਾ ਰੋੜਾ ਮੰਨਦੇ ਸੀ ਵੀ ਜੇ ਮੁਹੰਮਦ ਅਲੀ ਜਿਨਾਹ ਰਹੂਗਾ ਤਾਂ ਇਹ ਮੁਸਲਮਾਨਾਂ ਵਾਸਤੇ ਖਾਸ ਰਾਈਟ ਲਊਗਾ। ਹਾਲਾਂਕਿ ਉਹਦਾ ਮੁਲਕ ਵੱਖਰਾ ਬਣਨ ਦੇ ਤਾਂ ਕੋਈ ਅਸਾਰ ਨਹੀਂ ਸੀ। ਯਾਨੀ ਕਿ ਇੱਥੋਂ ਤੱਕ ਸੋਚਿਆ ਇਹਨਾਂ ਨੇ ਵੀ ਅਸੀਂ ਰਾਈਟ ਵੀ ਨਹੀਂ ਦੇਣੇ। ਤੇ ਅੱਜ ਕੱਲ ਕਈ ਬਹੁਤ ਜ਼ਿਆਦਾ ਹਿੰਦੁਸਤਾਨ ਦੇ ਮੁਸਲਮਾਨ ਵੀ ਕਹਿੰਦੇ ਆ ਵੀ ਅਸੀਂ ਜਿਨਾਹ ਦੀ ਥਿਊਰੀ ਨੂੰ ਰਿਜੈਕਟ ਕੀਤਾ, ਉਹ ਕੀਤਾ। ਸਾਡੇ ਵਾਲੇ ਤਾਂ ਉਦੋਂ ਹੈ ਹੀ ਘੁੱਗੂ ਸੀ, ਕੋਈ ਲੀਡਰ ਹੀ ਹੈ ਨਹੀਂ ਸੀ। ਤੇ ਥਿਊਰੀ ਚਲੋ ਜੋ ਵੀ ਸੀ ਵਧੀਆ ਸੀ, ਤੇ ਕਮ ਸੇ ਕਮ ਪਾਕਿਸਤਾਨ ਤਾਂ ਸੁੱਖ ਸਕੂਨ ਨਾਲ ਬੈਠਾ ਹੋਇਆ ਆ ਨਾ। ਇਹੋ ਜੀ ਪ੍ਰੋਬਲਮ ਤਾਂ ਨਹੀਂ ਨਾ ਉਹਨਾਂ ਨੂੰ ਹੈਗੀ ਜਿਹੋ ਜੀ ਇੱਧਰ ਬਣੀ ਹੋਈ ਆ। ਤੇ ਬਾਕੀ ਤੁਸੀਂ ਇਹ ਵੇਖੋ ਵੀ ਇਹ ਹਮੇਸ਼ਾ ਇਹਨਾਂ ਦੀ ਇਹ ਪੂਰੀ ਪਲੈਨਿੰਗ ਹੁੰਦੀ ਆ ਵੀ ਜਦੋਂ ਵੀ ਕੋਈ ਨਾ ਕੋਈ ਮਤਲਬ ਕੰਮ ਠੰਡਾ ਪੈਂਦਾ ਆ ਮਾਸ਼ਰੇ ਦੇ ਵਿੱਚ, ਸਮਾਜ ਦੇ ਵਿੱਚ ਥੋੜੀ ਜਿਹੀ ਸਟੇਬਿਲਿਟੀ ਆਉਣ ਲੱਗਦੀ ਆ, ਉਦੋਂ ਹੀ ਕਿਤੇ ਨਾ ਕਿਤੇ ਬੰਬ ਧਮਾਕਾ
ਤੇ ਕਿਤੇ ਨਾ ਕਿਤੇ ਟੈਰਰਿਸਟ ਅਟੈਕ ਕਰ ਦਿੰਦੇ ਆ। ਇਹਨਾਂ ਨੇ ਆਪਦੇ ਬੰਦੇ ਭਾਏ ਹੋਏ ਆ। ਡੀਐਸਪੀ ਦਵਿੰਦਰ ਸਿੰਘ ਬਾਰੇ ਹੁਣ ਕਿਸੇ ਨੂੰ ਕੋਈ ਭੁਲੇਖਾ ਤਾਂ ਰਹਿ ਨਹੀਂ ਗਿਆ। ਤੇ ਇਹ ਤੁਸੀਂ ਵੇਖ ਲਓ ਵੀ ਉਹ ਚਿੱਠੀ ਸਿੰਘਪੁਰਾ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ, ਜਿਹੜੇ 34-35 ਸਿੱਖ ਮਾਰਤੇ ਸੀ, ਬਿਲ ਕਲਿੰਟਨ ਨੇ ਆਉਣਾ ਸੀ ਉਦੋਂ ਇੰਡੀਆ, ਤੇ ਇਹਨਾਂ ਨੇ ਕਿਹਾ ਵੀ ਭਾਈ ਉਹ ਕਸ਼ਮੀਰੀ ਜਿਹੜੇ ਟੈਰਰਿਸਟ ਆ ਉਹਨਾਂ ਨੇ ਮਾਰਿਆ ਆ। ਤੇ ਪਰ ਬਾਅਦ ਦੇ ਵਿੱਚ ਕਲਿੰਟਨ ਨੇ ਆਪਦੀ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਵੀ ਇਹ ਇੰਡੀਅਨ ਗਵਰਨਮੈਂਟ ਨੇ ਮੈਨੂੰ ਤੇ ਵੀ ਭਾਈ ਕਸ਼ਮੀਰ ਦੇ ਵਿੱਚ ਬੜੀ ਜ਼ਿਆਦਾ ਪ੍ਰੋਬਲਮ ਆ ਤੇ ਉਹ ਘੱਟ ਗਿਣਤੀਆਂ ਨੂੰ ਉੱਥੇ ਜਿਹੜੇ ਹੋਰ ਹੈਗੇ ਆ ਹਿੰਦੂ ਜਾਂ ਸਿੱਖ ਕ੍ਰਿਸਚਨ ਉਹਨਾਂ ਦਾ ਕਤਲ ਹੋ ਰਿਹਾ ਆ। ਚਿੱਠੀ ਸਿੰਘਪੁਰਾ ਵਾਲਾ, ਫਿਰ ਆ ਹੁਣ ਪਿੱਛੇ ਜੇ ਪੁਲਵਾਮਾ ਵਾਲਾ ਅਟੈਕ ਵੋਟਾਂ ਤੋਂ ਪਹਿਲਾਂ, ਇਹ ਪੂਰਾ ਇਹ ਬਣਾਉਣ ਦੇ ਰਾਹ ਦੇ ਵਿੱਚ ਨਹੀਂ, ਇਜ਼ਰਾਈਲ ਮਾਡਲ ਪੂਰਾ ਬਣਾਇਆ ਹੋਇਆ ਆ। ਬਿਲਕੁਲ ਇਜ਼ਰਾਈਲ ਦੇ ਨਕਸ਼ੇ ਕਦਮ ਤੇ ਚੱਲਦੇ ਪਏ ਆ ਜਿਵੇਂ ਉਹ ਕਰਦੇ ਆ। ਜਦੋਂ ਉੱਥੇ ਵੀ ਥੋੜਾ ਜਿਹਾ ਰਾਸ਼ਟਰਵਾਦ ਠੰਡਾ ਪੈਂਦਾ ਆ ਨਾ, ਉਹਨਾਂ ਦੇ ਵੀ ਬੰਦੇ ਆ ਤੇ ਉਹ ਉਧਰ 2-4 ਗ੍ਰਨੇਡ ਸੱਟ ਦਿੰਦੇ ਆ ਤੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਆ ਕੇ ਆਮ ਲੋਕਾਂ ਨੂੰ ਕੁੱਟਣ ਦਾ। ਤੇ ਸੇਮ ਐਵੇਂ ਆ ਹੁਣ ਅਫਜ਼ਲ ਗੁਰੂ ਨੂੰ ਉਹ ਬੰਦੇ ਨੇ ਸਰੈਂਡਰ ਕੀਤਾ ਹੋਇਆ ਸੀ। ਸਰੈਂਡਰ ਕਰਨ ਤੋਂ ਬਾਅਦ ਨਹੀਂ ਉਹਨੂੰ ਟਿਕਣ ਦਿੱਤਾ। ਉਹਨੂੰ ਬੰਦੇ ਨੂੰ ਪਾਰਲੀਮੈਂਟ ਅਟੈਕ ਦੇ ਵਿੱਚ ਇਨਵੋਲਵ ਕੀਤਾ ਇਹਨੇ, ਇਸੇ ਡੀਐਸਪੀ ਨੇ, ਵੀ ਉਹਨੂੰ ਦਿੱਲੀ ਭੇਜਿਆ ਕਿਸੇ ਬੰਦੇ ਦੇ ਨਾਲ। ਜਦੋਂ ਉਹ ਵਾਪਸ ਆਉਂਦਾ ਪਿਆ ਆ, ਅਜੇ ਉਹਨੂੰ ਛੱਡ ਕੇ ਹੀ ਆਇਆ ਆ, ਵਾਪਸ ਉਤਰਿਆ ਆ ਬੱਸ ਸਟੈਂਡ ਤੇ ਘਰ ਨੂੰ ਜਾਣ ਵਾਸਤੇ, ਉੱਥੇ ਉਹਨੂੰ ਅਰੈਸਟ ਕਰ ਲਿਆ ਆ। ਇਹ ਆ ਵੀ ਕੁੱਲ ਮਿਲਾ ਕੇ ਹੁਣ ਆਜ਼ਾਦੀ ਦੀਆਂ ਲੜਾਈਆਂ ਲੜਨ ਦੇ ਤਰੀਕੇ ਬਦਲ ਗਏ ਆ ਤੇ ਨੌਜਵਾਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹੜੀ ਸਾਰੇ ਤੁਹਾਡੀ ਕੌਮ ਨੂੰ ਦੁੱਖ ਤਕਲੀਫ ਦੇ ਵਿੱਚ ਪਾਉਂਦੀ ਆ। ਤੇ ਕਿਉਂਕਿ ਜਜ਼ਬਾਤ ਹੁੰਦੇ ਆ, ਨੌਜਵਾਨੀ ਟਿਕਦੀ ਨਹੀਂ। ਤੇ ਨੌਜਵਾਨੀ ਨੂੰ ਸੋਚਣਾ ਚਾਹੀਦਾ, ਵੇਖੋ ਕਿਹੋ ਜੀ ਘੇਰਾਬੰਦੀ ਕੀਤੀ ਹੋਈ ਆ ਵੀ ਤੁਸੀਂ ਕੁਛ ਕਰਨ ਦੀ ਟਰਾਈ ਕਰੋ, ਸੀ ਤੁਹਾਡੀ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਆ। ਤੇ ਬਾਕੀ ਜਿਉਂਦੇ ਵਸਦੇ ਰਹੋ, ਰੱਬ ਰੱਖਾ, ਫਿਰ ਮਿਲਾਂਗੇ। ਓਕੇ ਜੀ।